गुड मॉर्निंग स्टूडेंट्स, आई एम बबलजीत कौर योर मैथ्स टीचर। ਅੱਜ ਆਪਾਂ ਐਕਸਰਸਾਈਜ਼ 6.3 ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਕਿ ਆਪਾਂ ਇਹਦੇ ਵਿੱਚ ਕੀ ਫਾਈਂਡ ਕਰਨਾ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਨੇ, ਸਕੁਅਰ ਰੂਟਸ। ਆਪਾਂ ਸਕੁਅਰ ਰੂਟਸ ਫਾਈਂਡ ਕਰਨੇ ਆ ਕਿ ਕੋਈ ਵੀ ਨੰਬਰ ਇੱਕ ਆਪਾਂ ਨੂੰ ਦਿੱਤਾ ਹੋਊਗਾ ਤੇ ਉਹਦਾ ਆਪਾਂ ਨੂੰ ਸਕੁਅਰ ਰੂਟ ਕਿਵੇਂ ਫਾਈਂਡ ਕਰਨਾ, ਅਲੱਗ-ਅਲੱਗ ਮੈਥਡ ਦੇ ਨਾਲ ਉਹ ਆਪਾਂ ਇਹਦੇ ਵਿੱਚ ਪੜ੍ਹਨਾ। ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਦੇਖੋ ਕਿ ਜਦੋਂ ਆਪਾਂ ਕਿਸੇ ਵੀ ਨੰਬਰ ਦੀ ਐਡੀਸ਼ਨ ਫਾਈਂਡ ਕਰਦੇ ਹਾਂ ਤਾਂ ਉਹਦੇ ਤੋਂ ਆਲਟ ਉਹਦਾ ਆਪੋਜ਼ਿਟ ਆਪਰੇਸ਼ਨ ਆਪਣੇ ਕੋਲ ਕੀ ਹੁੰਦਾ, ਸਬਟਰੈਕਸ਼ਨ, ਮਤਲਬ ਮਾਈਨਸ ਕਰ ਦਿੰਦੇ ਆ। ਤਾਂ ਨੈਕਸਟ ਹੁਣ ਆਪਣੇ ਕੋਲ ਉਸੇ ਤਰ੍ਹਾਂ ਜੇ ਆਪਾਂ ਮਲਟੀਪਲੀਕੇਸ਼ਨ ਗੁਣਾ ਦਾ ਆਲਟ ਦੇਖਦੇ ਹਾਂ, ਇਨਵਰਸ ਆਪਰੇਸ਼ਨ ਦੇਖਦੇ ਹਾਂ, ਉਹ ਆਪਣੇ ਕੋਲ ਕੀ ਹੁੰਦਾ ਏ, ਡਿਵੀਜ਼ਨ ਦਾ। ਤਾਂ ਐਡੀਸ਼ਨ ਦਾ ਆਪੋਜ਼ਿਟ ਇਨਵਰਸ ਆਪਰੇਸ਼ਨ ਕੀ ਆ ਆਪਣੇ ਕੋਲੇ, ਸਬਟਰੈਕਸ਼ਨ। ਇਸੇ ਤਰ੍ਹਾਂ ਮਲਟੀਪਲੀਕੇਸ਼ਨ ਗੁਣਾ ਦਾ ਆਪਣੇ ਕੋਲੇ ਆਲਟ ਆਪਰੇਸ਼ਨ ਇਨਵਰਸ ਆਪਰੇਸ਼ਨ ਕੀ ਆ, ਡਿਵੀਜ਼ਨ। ਹੁਣ ਇਸੇ ਤਰ੍ਹਾਂ ਜੇ ਆਪਾਂ ਸਕੁਅਰ ਰੂਟ ਫਾਈਂਡ ਕਰਨਾ ਕਿਸੇ ਵੀ ਨੰਬਰ ਦਾ, ਇਹ ਇਨਵਰਸ ਆਪਰੇਸ਼ਨ ਕਿਹਦਾ ਹੋਊਗਾ, ਸਕੁਅਰ ਦਾ। ਪਿਛਲੀ ਐਕਸਰਸਾਈਜ਼ ਦੇ ਵਿੱਚ ਆਪਾਂ ਸਕੁਅਰ ਫਾਈਂਡ ਕਰਨਾ ਸਿੱਖਿਆ ਸੀਗਾ ਕਿ ਕਿਵੇਂ ਸਕੁਅਰ ਫਾਈਂਡ ਕਰਦੇ ਆ। ਤਾਂ ਸਕੁਅਰ ਨੂੰ ਆਪਾਂ ਕਿਵੇਂ ਲਿਖਦੇ ਸੀਗੇ, ਪਾਵਰ ਦੇ ਵਿੱਚ। ਕੋਈ ਵੀ ਨੰਬਰ ਇੱਕ ਆਪਾਂ ਨੂੰ ਦਿੱਤਾ ਹੁੰਦਾ ਸੀ 32 ਦਾ ਸਕੁਅਰ, 4 ਦਾ ਸਕੁਅਰ। ਹੁਣ ਉਵੇਂ ਆਪਾਂ ਐਗਜ਼ਾਮਪਲ ਵਿੱਚ ਇੱਥੇ ਦੇਖਦੇ ਹਾਂ ਕਿ ਜੇ 1 ਦਾ ਸਕੁਅਰ ਫਾਈਂਡ ਕਰਨਾ ਤਾਂ ਉਹ ਆਪਣੇ ਕੋਲ ਕਿੰਨਾ ਆ ਜਾਊਗਾ, 1। 1 ਕਿਵੇਂ ਆਇਆ, 1 ਨੂੰ 1 ਦੇ ਨਾਲ ਮਲਟੀਪਲਾਈ ਕੀਤੀ। 2 ਦਾ ਸਕੁਅਰ ਕਿਵੇਂ ਆਇਆ ਸੀ, 2 ਨੂੰ 2 ਦੇ ਨਾਲ ਮਲਟੀਪਲਾਈ ਕੀਤੀ ਸੀਗੀ ਤਾਂ 4। 3 ਦਾ ਸਕੁਅਰ ਕਿੰਨਾ ਆ ਜਾਊਗਾ, 3 ਮਲਟੀਪਲਾਈ 3 ਇਜ਼ ਇਕੁਅਲ ਟੂ 9। ਆਪਾਂ ਹੁਣ ਕੀ ਕਿਹਾ ਸੀਗਾ ਕਿ ਸਕੁਅਰ ਰੂਟ ਆ ਇਨਵਰਸ ਆਪਰੇਸ਼ਨ ਹੋ ਜਾਊਗਾ ਸਕੁਅਰ ਦਾ, ਜਿਹੜਾ ਆਪਾਂ ਸਕੁਅਰ ਫਾਈਂਡ ਕੀਤਾ। ਹੁਣ ਇਸੇ ਤਰ੍ਹਾਂ ਆਪਾਂ ਜਦੋਂ ਸਕੁਅਰ ਫਾਈਂਡ ਕੀਤਾ ਤਾਂ ਆਪਣੇ ਕੋਲੇ ਆਨਸਰ ਕਿੰਨਾ ਆ ਗਿਆ ਸੀਗਾ, 1 ਦਾ ਸਕੁਅਰ ਕਿਹਦੇ ਇਕੁਅਲ ਸੀਗਾ, 1। 2 ਦਾ ਸਕੁਅਰ ਕਿਹਦੇ ਇਕੁਅਲ ਸੀਗਾ, 4। 3 ਦਾ ਸਕੁਅਰ ਕਿਹਦੇ ਇਕੁਅਲ ਸੀਗਾ, 9। ਹੁਣ ਇਸੇ ਤਰ੍ਹਾਂ ਸਕੁਅਰ ਰੂਟ ਆਪਣੇ ਕੋਲੇ 1 ਦਾ ਕਿੰਨਾ ਹੋ ਜਾਊਗਾ, 1। 4 ਦਾ ਸਕੁਅਰ ਰੂਟ ਕਿੰਨਾ ਹੋ ਗਿਆ, 2। 9 ਦਾ ਸਕੁਅਰ ਰੂਟ ਕਿੰਨਾ ਹੋ ਗਿਆ, 3। ਹੁਣ ਇਹਨਾਂ ਦਾ ਸਕੁਅਰ ਰੂਟ ਆਪਾਂ ਕਿਉਂ ਬੋਲਿਆ, ਕਿਉਂਕਿ ਆਪਾਂ ਕਿਹਾ ਸੀਗਾ ਕਿ ਇਨਵਰਸ ਆਪਰੇਸ਼ਨ ਆ, ਆਲਟ ਆਪਰੇਸ਼ਨ ਹੁੰਦਾ ਏ। ਪੰਜਾਬੀ ਦੇ ਵਿੱਚ ਆਪਣੇ ਕੋਲ ਹੁੰਦਾ ਵਰਗਮੂਲ। ਤਾਂ ਜੋੜ ਦੀ ਕਿਰਿਆ ਦੇ ਉਲਟ ਕੀ ਹੁੰਦਾ, ਘਟਾਉਣਾ। ਗੁਣਾ ਦੇ ਉਲਟ ਕੀ ਹੁੰਦਾ ਏ, ਭਾਗ। ਇਸੇ ਤਰ੍ਹਾਂ ਜੇ ਵਰਗਮੂਲ ਪ੍ਰਾਪਤ ਕਰਨਾ ਤਾਂ ਉਹਦੇ ਲਈ ਆਪਣੇ ਕੋਲ ਉਲਟ ਕਿਰਿਆ ਕਿਹੜੀ ਹੋ ਜੂਗੀ, ਭਾਗ ਦੀ। ਤੇ ਵਰਗਮੂਲ ਦੇ ਲਈ ਕਿਹੜੀ ਹੋ ਜੂਗੀ, ਵਰਗ ਦੀ ਉਲਟ ਕਿਰਿਆ। ਤਾਂ ਸਕੁਅਰ ਰੂਟ ਨੂੰ ਪੰਜਾਬੀ 'ਚ ਕੀ ਕਹਿੰਦੇ ਆਪਾਂ, ਵਰਗਮੂਲ। ਹੁਣ ਇੰਨਾ ਆਪਣੇ ਕੋਲ ਕਲੀਅਰ ਹੋ ਗਿਆ ਨਾ ਕਿ ਇਨਵਰਸ ਆਪਰੇਸ਼ਨ ਕਿਹੜਾ ਕਿਹਦਾ ਸੀਗਾ, ਐਡੀਸ਼ਨ ਦਾ, ਸਬਟਰੈਕਸ਼ਨ। ਮਲਟੀਪਲੀਕੇਸ਼ਨ ਆਪਣੇ ਕੋਲ ਕਿਹਦਾ ਇਨਵਰਸ ਆਪਰੇਸ਼ਨ, ਇਨਵਰਸ ਆਪਰੇਸ਼ਨ ਆਫ ਮਲਟੀਪਲੀਕੇਸ਼ਨ ਇਜ਼ ਡਿਵੀਜ਼ਨ। ਕਿ ਜੇ ਆਪਾਂ ਮਲਟੀਪਲੀਕੇਸ਼ਨ ਦਾ ਇਨਵਰਸ ਆਪਰੇਸ਼ਨ ਫਾਈਂਡ ਕਰਨਾ ਚਾਹੁੰਦੇ ਹਾਂ ਤਾਂ ਕੀ ਲਗਾਉਣਾ ਪਊਗਾ ਉੱਥੇ, ਡਿਵੀਜ਼ਨ ਦਾ ਆਪਰੇਸ਼ਨ। ਜੋੜ ਦੀ ਕਿਰਿਆ ਦਾ ਉਲਟ ਕੀ ਹੋ ਜਾਊਗਾ, ਘਟਾਉਣਾ। ਗੁਣਾ ਦੀ ਉਲਟ ਕਿਰਿਆ, ਭਾਗ। ਤਾਂ ਇਸੇ ਤਰ੍ਹਾਂ ਹੁਣ ਆਪਾਂ ਕੀ ਪਤਾ ਕਰਨਾ ਸੀਗਾ, ਵਰਗਮੂਲ। ਤਾਂ ਵਰਗਮੂਲ ਪ੍ਰਾਪਤ ਕਰਨ ਦੀ ਉਹ ਆਪਣੇ ਕੋਲ ਕਿਹੜਾ ਆਪਰੇਸ਼ਨ ਲੱਗੂਗਾ, ਕਿਹੜੀ ਕਿਰਿਆ ਲੱਗੂਗੀ ਇੱਥੇ, ਵਰਗ ਦੀ ਉਲਟ ਕਿਰਿਆ, ਵਰਗਮੂਲ। ਤਾਂ ਆਪਾਂ ਜਦੋਂ ਵੀ ਵਰਗਮੂਲ ਨੂੰ ਸ਼ੋਅ ਕਰਨਾ ਸਕੁਅਰ ਰੂਟ ਨੂੰ, ਉਹਦੇ ਲਈ ਆਪਾਂ ਕਿਹੜਾ ਸਾਈਨ ਯੂਜ਼ ਕਰਦੇ ਹਾਂ, ਰੂਟ। ਤਾਂ ਹੁਣ ਨੈਕਸਟ ਆਪਣੇ ਕੋਲ ਹੈ, ਹੁਣ ਇੱਥੇ ਆਪਾਂ ਕਹਿ ਕੇ ਹਟੇ ਸੀ 149 ਦਾ ਸਕੁਅਰ ਰੂਟ ਕੀ ਆਉਂਦਾ ਸੀਗਾ, 1 2 3 ਰਿਸਪੈਕਟਿਵਲੀ। ਮਤਲਬ 4 ਦਾ 2, 9 ਦਾ 3। ਇਸੇ ਕਰਕੇ ਆਪਾਂ ਹੁਣ ਰੂਟ ਦਾ ਸਾਈਨ ਪਾ ਕੇ ਲਿਖਾਂਗੇ। ਤਾਂ ਹਮੇਸ਼ਾ ਹੀ ਆਪਣੇ ਕੋਲ ਜੇ ਪੋਜ਼ੀਟਿਵ ਸਕੁਅਰ ਰੂਟ ਆਪਣੇ ਕੋਲ, ਉਹਨੂੰ ਆਪਾਂ ਇਸ ਤਰ੍ਹਾਂ ਸ਼ੋਅ ਕਰਤਾ। ਤਾਂ ਨੈਕਸਟ ਆਪਣੇ ਕੋਲ ਕੀ ਹੈ ਕਿ ਪੋਜ਼ੀਟਿਵ ਸਕੁਅਰ ਰੂਟ ਨੂੰ ਆਪਾਂ ਸ਼ੋਅ ਕਰਕੇ ਆਨਸਰ ਕਿੰਨਾ ਆ ਗਿਆ, 4 ਦਾ ਰੂਟ ਕਿੰਨਾ, 2। 9 ਦਾ ਰੂਟ ਕਿੰਨਾ ਹੈ, 3। ਮਾਈਨਸ ਦੇ ਵਿੱਚ ਆਪਾਂ ਨਹੀਂ ਲਿਖਦੇ। ਹੁਣ ਇਸੇ ਤਰ੍ਹਾਂ ਆਪਣੇ ਕੋਲ ਦੇਖੋ 1 ਤੋਂ 10 ਤੱਕ ਜੇ ਆਪਾਂ 1 ਦਾ ਸਕੁਅਰ ਫਾਈਂਡ ਕਰਦੇ ਹਾਂ ਤਾਂ ਕਿੰਨਾ ਆਨਸਰ ਆ ਜਾਂਦਾ ਹੈ, 1। 2 ਦਾ ਸਕੁਅਰ ਕਿੰਨਾ ਆ ਜਾਊਗਾ ਆਪਣੇ ਕੋਲੇ, 4। 3 ਦਾ ਸਕੁਅਰ ਕਿੰਨਾ ਹੋ ਗਿਆ, 9। 4 ਦਾ ਸਕੁਅਰ 16। 5 ਸਕੁਅਰ ਮਤਲਬ 5 ਮਲਟੀਪਲਾਈ 5 ਇਜ਼ ਇਕੁਅਲ ਟੂ 25। 6 ਸਕੁਅਰ ਇਜ਼ ਇਕੁਅਲ ਟੂ 6 ਮਲਟੀਪਲਾਈ 6 ਇਜ਼ ਇਕੁਅਲ ਟੂ 36। 7 ਸਕੁਅਰ ਇਜ਼ ਇਕੁਅਲ ਟੂ 7 ਮਲਟੀਪਲਾਈ 7 ਇਜ਼ ਇਕੁਅਲ ਟੂ 49। 8 ਸਕੁਅਰ ਇਜ਼ ਇਕੁਅਲ ਟੂ 8 ਮਲਟੀਪਲਾਈ 8 ਇਜ਼ ਇਕੁਅਲ ਟੂ 64। 9 ਸਕੁਅਰ is equal to 9 multiply 9 is equal to 81. 10 square is equal to 10 multiply 10 is equal to 100। ਆਪਾਂ ਹੁਣ ਉੱਪਰ ਕੀ ਕਿਹਾ ਸੀਗਾ ਕਿ ਜਦੋਂ ਵੀ ਆਪਾਂ ਸਕੁਅਰ ਰੂਟ ਫਾਈਂਡ ਕਰਨਾ ਤਾਂ ਕਿਵੇਂ ਫਾਈਂਡ ਕਰਦੇ ਹਾਂ, ਪਹਿਲਾਂ ਆਪਾਂ ਨੂੰ ਉਸ ਨੰਬਰ ਦਾ ਸਕੁਅਰ ਪਤਾ ਹੋਣਾ ਚਾਹੀਦਾ। ਸਕੁਅਰ ਦਾ ਇਨਵਰਸ ਆਪਰੇਸ਼ਨ ਆਲਟ ਕਿਰਿਆ ਕੀ ਹੋਊਗਾ, ਸਕੁਅਰ ਰੂਟ, ਵਰਗਮੂਲ। ਤਾਂ ਇੱਥੇ ਆਨਸਰ ਕਿੰਨਾ ਆ ਗਿਆ ਸੀ ਆਪਣੇ ਕੋਲੇ, 1। 1 ਦਾ ਰੂਟ ਕਿੰਨਾ ਹੋ ਜਾਊਗਾ, 1। 4 ਦਾ ਰੂਟ ਕਿੰਨਾ ਹੋ ਗਿਆ, 2। 9 ਦਾ ਰੂਟ ਕਿੰਨਾ ਹੋ ਗਿਆ, 3। 16 ਦਾ ਰੂਟ ਕਿੰਨਾ ਹੋ ਗਿਆ, 4। 25 ਦਾ ਰੂਟ 5। 36 ਦਾ ਰੂਟ 6। ਫਿਰ 49 ਦਾ ਰੂਟ ਕਿੰਨਾ ਆ ਜਾਊਗਾ, 7। 64 ਦਾ ਰੂਟ ਕਿੰਨਾ ਆ ਜਾਊਗਾ, 8।
81 ਦਾ रूट 9, 100 ਦਾ रूट 10। ਜਿਹੜਾ ਵੀ ਆਨਸਰ ਆਪਣੇ ਕੋਲ ਇਸ ਸਾਈਡ ਨਿਕਲਿਆ ਹੋਇਆ ਸੀ ਉਹਦੇ ਦੇ ਉੱਪਰ ਆਪਾਂ ਰੂਟ ਦਾ ਸਾਈਨ ਪਾਤਾ ਤੇ ਇਧਰੋਂ ਆਪਾਂ ਪਾਵਰ ਕੱਟ ਕਰਤੀ। ਨੈਕਸਟ ਹੁਣ ਆਪਣੇ ਕੋਲੇ ਹੈ ਆਪਾਂ ਸਕੁਅਰ ਰੂਟ ਫਾਈਂਡ ਕਰਨਾ ਕਿਹੜੇ ਮੈਥਡ ਦੇ ਨਾਲ, ਪ੍ਰਾਈਮ ਫੈਕਟਰਾਈਜੇਸ਼ਨ, ਮਤਲਬ ਉਹਨਾਂ ਦੇ ਫੈਕਟਰਸ ਬਣਾ ਕੇ ਕਰਨੇ ਆ। ਪੰਜਾਬੀ ਦੇ ਵਿੱਚ ਅਭਾਜ ਗੁਣਨਖੰਡੀਕਰਨ। 6 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 2 3 ਦਾ 6 ਨੂੰ ਆਪਾਂ ਅੱਗੇ ਦੀ ਅੱਗੇ ਬ੍ਰੇਕ ਕਰਕੇ ਲਿਖਣਾ, ਤੋੜ ਕੇ ਲਿਖਣਾ ਛੋਟੇ ਤੋਂ ਛੋਟੇ ਨੰਬਰ ਦੇ ਵਿੱਚ ਕਿ ਆਪਾਂ ਕਿਹੜੇ ਛੋਟੇ ਤੋਂ ਛੋਟੇ ਨੰਬਰਸ ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਕੇ ਦਿੱਤੇ ਹੋਏ ਨੰਬਰ ਨੂੰ ਬਣਾ ਸਕਦੇ ਹਾਂ। 8 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 2 2 ਦਾ 4, 4 2 ਦਾ 8। 12 ਨੂੰ ਕਿਵੇਂ ਲਿਖ ਸਕਦੇ ਹਾਂ, 2 2 ਦਾ 4, 4 3 ਦਾ 12। 15 ਕਿੰਨਾ ਹੋ ਜਾਊਗਾ, 3 5 ਦਾ 15, ਕਿਉਂਕਿ 2 ਦੇ ਟੇਬਲ ਤੇ 15 ਨੇ ਨਹੀਂ ਜਾਣਾ। ਇਸੇ ਤਰ੍ਹਾਂ 36, 64, 144, 225 ਆਪਾਂ ਉਹਨਾਂ ਨੂੰ ਅੱਗੇ ਦੀ ਅੱਗੇ ਛੋਟੇ ਛੋਟੇ ਨੰਬਰਾਂ ਦੇ ਵਿੱਚ ਤੋੜ ਕੇ ਲਿਖੀ ਜਾਣਾ। ਨੈਕਸਟ ਹੁਣ ਆਪਾਂ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਫਸਟ ਸਮ ਦੇਖੋ ਆਪਣੇ ਦੇ ਵਿੱਚ, what could be the possible ones digit of the square root of each of the following numbers। ਹੇਠ ਲਿਖੀਆਂ ਸੰਖਿਆਵਾਂ ਦੇ ਵਰਗਮੂਲ ਵਿੱਚ ਇਕਾਈ ਅੰਕ ਕੀ ਆ ਸਕਦਾ ਹੈ। ਤਾਂ ਇਹਦੇ ਆਪਣੇ ਕੋਲੇ ਕੀ ਆ, 4 ਪਾਰਟ। ਤਾਂ ਇਕਾਈ ਅੰਕ ਵਨਸ ਡਿਜਿਟ ਕੀ ਸੀਗਾ ਆਪਣੇ ਕੋਲੇ, ਜਿਹੜਾ ਇੱਥੇ ਫਸਟ ਤੇ ਆਉਂਦਾ, ਵਨਸ, ਟੈਂਸ, 100, 1000। ਇਕਾਈ, ਦਹਾਈ, ਸੈਂਕੜਾ, ਹਜ਼ਾਰ। ਤਾਂ ਇਕਾਈ ਅੰਕ ਕਿਹੜਾ, 1। ਵਨਸ ਦਾ ਡਿਜਿਟ ਕਿਹੜਾ, 1। ਹੁਣ ਆਪਣੇ ਕੋਲ ਦੇਖੋ ਤੁਸੀਂ ਜਿਹੜੀਆਂ ਆਪਾਂ ਪਿੱਛੇ ਐਕਸਰਸਾਈਜ਼ ਕਰਕੇ ਆਉਂਦੀਆਂ ਨਹੀਂ, ਤਾਂ 1 ਆਪਣੇ ਕੋਲ ਕਿਹਦਾ ਆਉਂਦਾ ਸੀਗਾ, ਜੇ 1 ਦਾ ਸਕੁਅਰ ਫਾਈਂਡ ਕਰਦੇ ਆ ਤਾਂ ਆਪਣੇ ਕੋਲ ਕੀ ਆਉਂਦਾ, 1। ਫਿਰ 1 ਹੋਰ ਕਿੱਥੇ ਆਇਆ ਸੀ, ਵਨਸ ਦੇ ਉੱਪਰ ਦੇਖੋ, ਵਨਸ ਡਿਜਿਟ ਇੱਥੇ ਆਪਣੇ ਕੋਲ ਆਇਆ ਨਾ 81। ਵਨਸ, ਟੈਂਸ, ਆਪਾਂ ਨੂੰ ਉਹਨਾਂ ਨੇ ਵਨਸ ਡਿਜਿਟਸ ਦੇ ਉੱਪਰ ਹੀ ਪੁੱਛਿਆ ਹੋਇਆ, ਤਾਂ ਇਹ ਕਿਹਦਾ ਸੀਗਾ, 9 ਦਾ ਸਕੁਅਰ। ਤਾਂ ਇਹਦਾ ਆਨਸਰ ਕੀ ਆ ਗਿਆ, 1 ਔਰ 9, ਕਿ ਆਪਣੇ ਕੋਲ ਵਨਸ ਡਿਜਿਟ ਕਦੋਂ ਆਊਗਾ, ਜਾਂ ਤਾਂ 1 ਦਾ ਹੋਊਗਾ ਜਾਂ 9 ਦਾ। ਹੁਣ ਇਸੇ ਤਰ੍ਹਾਂ ਇਹਦੇ ਵਿੱਚ ਕੀ ਆ ਰਿਹਾ, 6। 6 ਕਿਹਦੇ ਵਿੱਚ ਆਉਂਦਾ, ਵਨਸ, ਟੈਂਸ, ਤਾਂ ਵਨਸ ਤੇ ਆ ਗਿਆ 6। ਇਹ ਕਿਹਦਾ ਆਨਸਰ ਸੀਗਾ, 4 ਦਾ। ਫਿਰ ਹੋਰ ਨੈਕਸਟ ਆਪਣੇ ਕੋਲ ਕਿੱਥੇ ਆ ਰਿਹਾ, 6, 36। ਵਨਸ, ਟੈਂਸ, ਤਾਂ ਹੋਰ ਆਨਸਰ ਕੀ ਆ ਗਿਆ, 6। ਤਾਂ ਦੋ ਆਨਸਰ ਕਿਹੜੇ ਕਿਹੜੇ ਹੋ ਗਏ, 4 ਐਂਡ 6। ਤਾਂ ਆਪਾਂ ਇੱਥੇ ਕੀ ਲਿਖਿਆ, 4 ਔਰ 6। ਤਾਂ ਇਸੇ ਤਰ੍ਹਾਂ ਫਿਰ ਨੈਕਸਟ 1, ਉਹ ਕਿਹਦਾ ਆਇਆ ਸੀ, 1 ਔਰ 9 ਦਾ। 5, ਹੁਣ ਵਨਸ ਡਿਜਿਟ ਉੱਪਰ ਕੀ ਹੋਣਾ ਚਾਹੀਦਾ ਹੈ, 5। ਦੇਖੋ 5 ਹੋਰ ਕਿੱਥੇ ਆ, 25। ਤਾਂ ਉਹ ਕਿਹਦਾ ਸੀਗਾ, 5 ਦਾ। ਤਾਂ ਆਨਸਰ ਕੀ ਆ ਜਾਊਗਾ, 5। ਨੈਕਸਟ ਕੁਐਸਚਨ ਕੀ ਆ, ਵਿਦਾਊਟ ਡੂਇੰਗ ਐਨੀ ਕੈਲਕੂਲੇਸ਼ਨ ਫਾਈਂਡ ਦੀ ਨੰਬਰਸ ਵਿਚ ਆਰ ਸ਼ੋਰਲੀ ਨਾਟ ਪਰਫੈਕਟ ਸਕੁਅਰ। ਕਿ ਆਪਾਂ ਕੋਈ ਵੀ ਗਣਨਾ ਕੀਤੇ ਬਿਨਾਂ ਦੱਸਣਾ ਕਿ ਕਿਹੜਾ ਨੰਬਰ ਪੂਰਨ ਵਰਗ ਨਹੀਂ ਹੈਗਾ। ਤਾਂ ਹੁਣ ਆਪਣੇ ਕੋਲ ਕੀ ਆ, ਇਹਦੇ ਪਾਰਟ ਦੇਖੋ ਆਪਣੇ ਕੋਲ ਕਿੰਨੇ ਬਣ ਰਹੇ ਨੇ, 4 ਪਾਰਟ ਨੇ ਆਪਣੇ ਕੋਲ। ਤਾਂ ਫਸਟ ਪਾਰਟ ਦੇਖੋ ਆਪਣਾ ਕੀ ਹੈਗਾ, 153, ਸੈਕਿੰਡ 257, ਥਰਡ ਆਪਣੇ ਕੋਲ ਕੀ ਬਣ ਗਿਆ, 408, ਫੋਰਥ ਪਾਰਟ ਆਪਣੇ ਕੋਲ ਕੀ ਹੈਗਾ, 441। ਤਾਂ ਉਹਨਾਂ ਨੇ ਕੀ ਕਿਹਾ ਕਿ ਕਿਹੜੇ ਨੰਬਰ ਪਰਫੈਕਟ ਸਕੁਅਰ ਨਹੀਂ ਹੈ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਦੇਖੋ ਵਨਸ ਡਿਜਿਟ ਕਿਹੜਾ, ਫਸਟ ਦੇ ਵਿੱਚ 3, ਇੱਥੇ ਆਪਣੇ ਕੋਲ ਕੀ ਆ ਰਿਹਾ, 7, ਇੱਥੇ ਆਪਣੇ ਕੋਲ ਕੀ ਆ, 8, ਇੱਥੇ ਕੀ ਆ, 1। ਫਸਟ ਐਕਸਰਸਾਈਜ਼ ਵਿੱਚ ਆਪਾਂ ਕੀ ਕਿਹਾ ਸੀਗਾ ਕਿ ਪਰਫੈਕਟ ਸਕੁਅਰ ਨੰਬਰ ਕਿਹੜਾ ਹੋਊਗਾ, ਜੇ ਨੰਬਰ 1 4 9 6 5 0 ਦੇ ਨਾਲ ਐਂਡ ਹੋ ਰਿਹਾ, ਖਤਮ ਹੋ ਰਿਹਾ, ਮਤਲਬ ਵਨਸ ਡਿਜਿਟ ਦੇ ਉੱਪਰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਨੂੰ ਡਿਜਿਟ ਚਾਹੀਦਾ। ਤਾਂ ਹੁਣ ਇਹਨਾਂ ਵਿੱਚੋਂ ਕਿਹੜਾ ਡਿਜਿਟ ਇੱਥੇ ਆ ਰਿਹਾ, ਸਿਰਫ 1, ਉਹ ਕਿਹਦੇ ਵਿੱਚ ਆ, ਫੋਰਥ ਪਾਰਟ 'ਚ। ਤਾਂ ਮਤਲਬ ਆਪਣੇ ਜਿਹੜੇ 3 ਪਾਰਟ ਨੇ, ਫਸਟ, ਸੈਕਿੰਡ, ਥਰਡ, ਇਹ ਪਰਫੈਕਟ ਸਕੁਅਰ ਨਹੀਂ ਹੈਗੇ, ਪੂਰਨ ਵਰਗ ਨਹੀਂ ਹੈ। ਕਿਉਂ, ਕਿਉਂਕਿ ਇਹਨਾਂ ਦੇ ਵਨਸ ਡਿਜਿਟ ਦੇ ਉੱਪਰ 3 7 ਤੇ 8 ਆ ਰਹੇ ਨੇ। ਇਸੇ ਤਰ੍ਹਾਂ ਥਰਡ, ਫਾਈਂਡ ਦੀ ਸਕੁਅਰ ਰੂਟਸ ਆਫ 100 ਐਂਡ 169 ਬਾਈ ਦੀ ਮੈਥਡ ਆਫ ਰਿਪੀਟਡ ਸਬਟਰੈਕਸ਼ਨ। ਕਿ ਆਪਾਂ 100 ਤੇ 169 ਇਹਨਾਂ ਦਾ ਕੀ ਫਾਈਂਡ ਕਰਨਾ, ਸਕੁਅਰ ਰੂਟ ਕਿਹੜੇ ਮੈਥਡ ਦੇ ਨਾਲ, ਰਿਪੀਟਡ ਸਬਟਰੈਕਸ਼ਨ, ਕਿ ਵਾਰ-ਵਾਰ ਆਪਾਂ ਉਹਨਾਂ ਨੂੰ ਸਬਟਰੈਕਟ ਕਰੀ ਜਾਣਾ, ਘਟਾਓ ਕਰੀ ਜਾਣੀ ਹੈ। ਤਾਂ ਹੁਣ ਉਹ ਆਪਾਂ ਕਿਵੇਂ ਕਰਦੇ ਹਾਂ, ਤਾਂ ਫਸਟ ਪਾਰਟ ਆਪਣੇ ਕੋਲ ਕੀ ਸੀਗਾ, 100। ਤਾਂ ਇਹਦੇ ਵਿੱਚ ਆਪਾਂ ਕੀ ਕਰਨਾ, ਹਮੇਸ਼ਾ ਹੀ ਔਡ ਨੰਬਰਸ ਲੈ ਕੇ ਮਾਈਨਸ ਕਰਨਾ ਸ਼ੁਰੂ ਕਰਨਾ। ਤਾਂ ਔਡ ਨੰਬਰਸ ਕਿਹੜੇ ਕਿਹੜੇ ਹੁੰਦੇ ਨੇ, 1 3 5 7 9 11 13 15 17 19 21 23 25। ਤਾਂ ਸਾਰੇ ਨੰਬਰਸ ਆਪਾਂ ਲਗਾਤਾਰ ਮਾਈਨਸ ਕਰੀ ਜਾਣੇ ਆ, ਅਤੇ ਉਨਾ ਟਾਈਮ ਮਾਈਨਸ ਕਰਾਂਗੇ ਜਿੰਨਾ ਟਾਈਮ ਆਪਣੇ ਕੋਲ ਆਨਸਰ 0 ਨਹੀਂ ਆਉਂਦਾ। ਤਾਂ ਫਸਟ ਪਾਰਟ ਦੇ ਵਿੱਚ ਆਪਣੇ ਕੋਲ ਇੱਥੇ ਕੀ ਆ ਰਿਹਾ, 100। ਤਾਂ 100 ਦੇ ਵਿੱਚੋਂ ਪਹਿਲਾਂ 1 ਮਾਈਨਸ ਕੀਤਾ ਤਾਂ ਕਿੰਨਾ ਆਨਸਰ ਆ ਗਿਆ, 99।
ਫਿਰ 99 ਦੇ ਵਿੱਚੋਂ 3 ਮਾਈਨਸ ਕਰੋ ਤਾਂ ਕਿੰਨਾ ਆਨਸਰ 96। ਫਿਰ 5 7 ਜਿੰਨਾ ਵੀ ਆਨਸਰ ਆਪਣੇ ਕੋਲ ਆ ਰਿਹਾ ਉਹਦੇ ਵਿੱਚੋਂ ਆਪਾਂ ਔਡ ਨੰਬਰਸ ਨੂੰ ਲਗਾਤਾਰ ਮਾਈਨਸ ਕਰੀ ਜਾਣਾ ਤੇ ਮਾਈਨਸ ਕਰਕੇ ਤੇ ਫਿਰ ਆਪਣੇ ਕੋਲ ਐਂਡ ਤੇ ਆਨਸਰ ਕਿੰਨਾ ਆ ਗਿਆ 0। ਆਪਾਂ ਨੂੰ ਕਿੰਨੇ ਸਟੈਪ ਲਗਾਉਣੇ ਪਏ ਟੋਟਲ 10 ਸਟੈਪ, ਮਤਲਬ ਜੇ 10 ਵਾਰੀ ਆਪਾਂ ਮਾਈਨਸ ਕੀਤਾ ਤਾਂ ਜਾ ਕੇ ਆਪਣੇ ਕੋਲੇ ਆਨਸਰ 0 ਆ ਰਿਹਾ ਸੀ। ਤਾਂ ਆਪਣੇ ਕੋਲੇ 100 ਦਾ ਸਕੁਅਰ ਰੂਟ ਕਿੰਨਾ ਹੋ ਜਾਊਗਾ 10। ਤਾਂ ਸੈਕੰਡ ਪਾਰਟ ਆਪਣੇ ਕੋਲੇ ਕੀ ਆ 169। ਤਾਂ ਹੁਣ ਇਹਦੇ ਵਿੱਚ ਫਿਰ ਆਪਣੇ ਕੋਲੇ ਔਡ ਨੰਬਰਸ ਕਿਹੜੇ ਹੋ ਜਾਣਗੇ 1 3 5 7 9 11 13 15 17 19 21 23 25। ਤਾਂ ਫਿਰ ਲਗਾਤਾਰ ਜਦੋਂ ਆਪਾਂ ਇਹਨਾਂ ਦੇ ਵਿੱਚੋਂ ਮਾਈਨਸ ਕੀਤਾ ਤਾਂ ਕਿਹੜੇ ਸਟੈਪ ਦੇ ਉੱਪਰ ਜਾ ਕੇ 0 ਬਣ ਜਾਊਗਾ 13 ਦੇ ਉੱਪਰ। ਤਾਂ ਇਸੇ ਕਰਕੇ ਸਕੁਅਰ ਰੂਟ ਆਫ 169 ਕਿਹਦੇ ਇਕੁਅਲ ਹੋ ਜਾਊਗਾ 13। ਫਿਰ ਨੈਕਸਟ ਫੋਰਥ ਕੁਐਸਚਨ, ਫਾਈਂਡ ਦੀ ਸਕੁਅਰ ਰੂਟਸ ਆਫ ਦੀ ਫੋਲੋਇੰਗ ਨੰਬਰਸ ਬਾਈ ਦੀ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ। ਭਾਜ ਗੁਣਨਖੰਡ ਵਿਧੀ ਦੇ ਨਾਲ ਹੁਣ ਆਪਾਂ ਕੀ ਫਾਈਂਡ ਕਰਨਾ ਫਿਰ ਵਰਗਮੂਲ। ਤਾਂ ਪਹਿਲਾਂ ਵਾਲਾ ਮੈਥਡ ਆਪਣੇ ਕੋਲ ਕੀ ਆਇਆ ਸੀਗਾ ਰਿਪੀਟਡ ਸਬਟਰੈਕਸ਼ਨ। ਤਾਂ ਹੁਣ ਵਾਲਾ ਮੈਥਡ ਕਿਹੜਾ ਹੋ ਗਿਆ ਆਪਣਾ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ। ਤਾਂ ਹੁਣ ਇਹਦੇ ਆਪਣੇ ਕੋਲ ਟੋਟਲ ਕਿੰਨੇ ਪਾਰਟ ਨੇ 10। ਤਾਂ ਫਸਟ ਪਾਰਟ ਹੁਣ ਆਪਣੇ ਕੋਲ ਕੀ ਹੈਗਾ 729। ਤਾਂ ਹੁਣ ਇਹਦੇ ਵਿੱਚ ਫਿਰ ਆਪਣੇ ਕੋਲ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਇੱਕ ਛੋਟਾ ਨੰਬਰ ਲੈ ਕੇ ਉਹਦੇ ਨਾਲ ਆਪਾਂ ਡਿਵਾਈਡ ਕਰਨਾ ਸਟਾਰਟ ਕਰਨਾ। ਤਾਂ 729 ਨੂੰ 2 ਦੇ ਨਾਲ ਡਿਵਾਈਡ ਕਰਕੇ ਦੇਖਣਾ ਕਿ ਉਹ ਡਿਵਾਈਡ ਆਪਣੇ ਕੋਲ ਹੁੰਦਾ ਹੈ ਜਾਂ ਨਹੀਂ। ਤਾਂ 2 ਦੇ ਨਾਲ ਡਿਵਾਈਡ ਕਰਕੇ ਦੇਖੋ ਕਿ ਰਿਮਾਈਂਡਰ ਆਪਣੇ ਕੋਲ ਆ ਰਿਹਾ ਜਾਂ ਨਹੀਂ। ਤਾਂ ਟੋਟਲ ਆਨਸਰ ਕਿੰਨਾ ਹੋ ਜਾਊਗਾ ਆਪਣੇ ਕੋਲ 6। ਫਿਰ 1 2 2 6 ਦਾ ਕਿੰਨਾ ਹੋ ਜਾਊਗਾ 12। ਫਿਰ ਨੈਕਸਟ 9 2 4 ਦਾ 8। ਤਾਂ ਰਿਮਾਈਂਡਰ ਆਪਣੇ ਕੋਲ ਕਿੰਨਾ ਆ ਰਿਹਾ ਹੈ 1। ਤਾਂ ਆਪਣੇ ਕੋਲ ਕੀ ਹੈ ਇੱਕ ਪੂਰੀ ਤਰ੍ਹਾਂ ਡਿਵਾਈਡ ਨਹੀਂ ਹੋਇਆ। ਤਾਂ ਹੁਣ ਇਹਨੂੰ ਨੈਕਸਟ ਨੰਬਰ 3 ਦੇ ਨਾਲ ਡਿਵਾਈਡ ਕਰੋ। 3 2 ਦਾ ਕਿੰਨਾ ਹੋ ਗਿਆ ਆਪਣੇ ਕੋਲ 6। 3 4 ਦਾ ਕਿੰਨਾ ਹੋ ਜਾਊਗਾ ਫਿਰ 12। 3 3 ਦਾ ਕਿੰਨਾ ਹੋ ਗਿਆ ਆਪਣੇ ਕੋਲ 9। ਤਾਂ ਕਿੰਨਾ ਆਨਸਰ ਆ ਗਿਆ 243। ਤਾਂ ਇਸੇ ਤਰ੍ਹਾਂ ਨੈਕਸਟ ਫਿਰ ਆਪਾਂ 3 ਦੇ ਨਾਲ ਡਿਵਾਈਡ ਕੀਤਾ ਤਾਂ ਆਨਸਰ 81। ਫਿਰ ਨੈਕਸਟ ਉਹਨੂੰ 3 ਨਾਲ ਡਿਵਾਈਡ ਹੋਇਆ ਤਾਂ 27। ਫਿਰ 3 ਨਾਲ ਕੀਤਾ ਤਾਂ 9। ਫਿਰ 3 ਨਾਲ ਫਿਰ ਆਨਸਰ ਆਪਣੇ ਕੋਲ ਕਿੰਨਾ ਐਂਡ ਤੱਕ ਰਿਮਾਈਂਡਰ 1 ਬਚ ਗਿਆ। ਜਦੋਂ ਵੀ ਆਪਾਂ ਇੱਦਾਂ ਸਮ ਕਰਨਾ ਫੈਕਟਰਾਈਜ਼ੇਸ਼ਨ ਮੈਥਡ ਦੇ ਨਾਲ ਤਾਂ ਆਪਣੇ ਕੋਲ ਲਾਸਟ ਦੇ ਉੱਪਰ ਜਾ ਕੇ ਕੀ ਆ 1 ਆਉਣਾ ਚਾਹੀਦਾ। ਤਾਂ ਜਦੋਂ ਵੀ ਤੁਸੀਂ ਡਿਵਾਈਡ ਕਰਨਾ ਸ਼ੁਰੂ ਕਰਦੇ ਹੋ ਤਾਂ ਹਮੇਸ਼ਾ ਹੀ ਪਹਿਲਾਂ ਛੋਟਾ ਨੰਬਰ ਲੈ ਕੇ ਚੱਲਣਾ, ਜਿਵੇਂ 2 3 ਫਿਰ 4 5। ਹੁਣ ਇੱਥੇ ਆਪਣੇ ਕੋਲ ਕਿਸੇ ਲਾਸਟ 1th ਡਿਜਿਟ ਦੇ ਉੱਪਰ ਔਡ ਨੰਬਰ ਆ ਰਿਹਾ ਸੀ ਤਾਂ ਇਹਨੇ 2 ਦੇ ਨਾਲ ਤਾਂ ਡਿਵਾਈਡ ਹੋਣਾ ਨਹੀਂ ਹੈਗਾ। ਇਸੇ ਕਰਕੇ ਆਪਾਂ ਇਹਨੂੰ ਔਡ ਨੰਬਰ ਦੇ ਨਾਲ ਡਿਵਾਈਡ ਕਰਕੇ ਦੇਖਿਆ। ਤਾਂ ਪ੍ਰਾਈਮ ਫੈਕਟਰਾਈਜ਼ੇਸ਼ਨ 729 ਦਾ ਆਪਣੇ ਕੋਲ ਕਿੰਨਾ ਹੋ ਗਿਆ 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3 ਮਲਟੀਪਲਾਈ 3। ਤਾਂ ਹੁਣ ਆਪਣੇ ਕੋਲ ਕੀ ਆ ਆਪਾਂ ਕੀ ਫਾਈਂਡ ਕਰਨਾ ਸੀ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ ਦੇ ਨਾਲ ਸਕੁਅਰ ਰੂਟ। ਤਾਂ ਸਕੁਅਰ ਰੂਟ ਦਾ ਸਾਈਨ ਆਪਣੇ ਕੋਲ ਰੂਟ ਆਫ 729। ਹੁਣ ਇੱਧਰ ਆਪਾਂ ਰੂਟ ਦਾ ਸਾਈਨ ਪਾਇਆ ਤਾਂ ਇੱਧਰ ਵੀ ਆਪਾਂ ਰੂਟ ਦਾ ਸਾਈਨ ਪਾਇਆ। ਤਾਂ ਇੱਥੇ ਮੈਂ ਰੂਟ ਦਾ ਸਾਈਨ ਨਹੀਂ ਸੀ ਪਾਇਆ ਤਾਂ ਅਸੀਂ ਆਪਾਂ ਇੱਥੇ ਸਿਰਫ ਉਹਨਾਂ ਨੂੰ ਕੀ ਕੀਤਾ ਮਲਟੀਪਲਾਈ ਦੇ ਸਾਈਨ ਪਾ ਕੇ ਲਿਖਤਾ ਕਿ ਕਿਹੜੇ ਕਿਹੜੇ ਫੈਕਟਰ ਬਣੀ ਸੀ। ਹੁਣ ਆਪਾਂ ਕੀ ਸਕੁਅਰ ਰੂਟ ਫਾਈਂਡ ਕਰਨਾ। ਤਾਂ ਸਕੁਅਰ ਰੂਟ ਦੇ ਵਿੱਚ ਆਪਾਂ ਕੀ ਕਰਨਾ ਦੋ ਨੰਬਰਸ ਦੇ ਪੇਅਰ ਬਣਾ ਲੈਣੇ। ਹੁਣ ਇੱਥੇ ਆਪਾਂ ਕੀ ਕੀਤਾ 2 ਨੰਬਰ ਇਕੱਠੇ ਕੀਤੇ, ਫਿਰ ਇੱਥੇ 2 ਨੰਬਰ ਇਕੱਠੇ ਹੋ ਗਏ, ਇੱਥੇ ਵੀ 2 ਇਕੱਠੇ ਹੋ ਗਏ। ਤਾਂ ਕੋਈ ਵੀ ਅੱਖਰ ਦੇਖੋ ਬਾਕੀ ਨਹੀਂ ਬਚ ਰਿਹਾ। ਤਾਂ ਨੈਕਸਟ ਹੁਣ ਆਪਾਂ ਕੀ ਕਰਾਂਗੇ ਇਹਨਾਂ ਦੋਨਾਂ ਦੇ ਵਿੱਚੋਂ ਜਦੋਂ ਰੂਟ ਦੇ ਵਿੱਚੋਂ ਬਾਹਰ ਕੱਢਣਾ ਇਹਨਾਂ ਦੋਨੋਂ 3 ਦਾ ਇੱਕ 3 ਬਾਹਰ ਆਇਆ, ਇਹਨਾਂ ਦੋਨੋਂ 3 ਦੇ ਵਿੱਚੋਂ ਇੱਕ 3 ਬਾਹਰ ਆਇਆ, ਇਹਨਾਂ ਦੇ ਵਿੱਚੋਂ ਵੀ ਫਿਰ ਇੱਕ 3 ਬਾਹਰ ਆਇਆ। 3 3 ਦਾ 9 9 3 ਦਾ 27। ਤਾਂ ਆਪਣਾ ਆਨਸਰ ਕਿੰਨਾ ਆ ਗਿਆ 27। ਹੁਣ ਇਸੇ ਤਰ੍ਹਾਂ ਨੈਕਸਟ 400। ਹੁਣ 400 ਨੂੰ ਆਪਾਂ ਕੀ ਕੀਤਾ ਪਹਿਲਾਂ 2 ਦੇ ਨਾਲ ਡਿਵਾਈਡ ਕਰਕੇ ਦੇਖੋਗੇ ਕਿੰਨਾ ਆਨਸਰ ਆ ਰਿਹਾ ਹੈ। 2 2 ਦਾ 4 0 2 0 0 ਫਿਰ 0 ਤੇ ਗਿਆ 0। ਤਾਂ ਆਨਸਰ ਕਿੰਨਾ ਹੋ ਗਿਆ 200। ਫਿਰ 2 ਦੇ ਨਾਲ ਡਿਵਾਈਡ ਕੀਤਾ ਤਾਂ ਆਨਸਰ ਕਿੰਨਾ ਆ ਜਾਊਗਾ 100। ਫਿਰ 2 ਦੇ ਨਾਲ 50। ਫਿਰ 2 ਦੇ ਨਾਲ ਡਿਵਾਈਡ ਕੀਤਾ ਆਪਾਂ 25। ਤਾਂ 25 ਨੂੰ 3 ਦੇ ਉੱਪਰ ਡਿਵਾਈਡ ਕਰਕੇ ਦੇਖੋ ਫਿਰ 4 ਦੇ ਉੱਪਰ ਤਾਂ ਉਹਨੇ ਡਿਵਾਈਡ ਨਹੀਂ ਹੋਣਾ ਅਤੇ ਨਾ ਹੀ ਉਹਨੇ ਕੀ ਕੀਤਾ 2 ਦੇ ਉੱਪਰ ਡਿਵਾਈਡ ਹੋਇਆ ਸੀ। ਤਾਂ ਉਹ ਕਿਹਦੇ ਉੱਪਰ ਡਿਵਾਈਡ ਹੋਇਆ ਜਾ ਕੇ 5 'ਤੇ। ਫਿਰ ਨੈਕਸਟ 5 ਆਨਸਰ ਆ ਗਿਆ ਸੀਗਾ ਇੱਥੇ। ਤਾਂ ਫਿਰ 5 ਨੂੰ 5 ਦੇ ਨਾਲ ਡਿਵਾਈਡ ਕੀਤਾ ਤਾਂ ਆਨਸਰ ਕਿੰਨਾ ਆ ਜਾਊਗਾ 1।
ਤਾਂ ਫਿਰ ਆਪਣੇ ਕੋਲ ਪ੍ਰਾਈਮ ਫੈਕਟਰਾਈਜੇਸ਼ਨ 400 ਦੀ ਕਿੰਨੀ ਹੋ ਜੂਗੀ 2 1 2 3 4 2 ਕਿੰਨੇ ਟਾਈਮਸ ਆ ਗਿਆ ਆਪਣੇ ਕੋਲ 4 ਟਾਈਮਸ ਤੇ 5 ਕਿੰਨੇ ਟਾਈਮਸ ਆ ਰਿਹਾ ਆਪਣੇ ਕੋਲ 2 ਟਾਈਮਸ। ਤਾਂ 400 ਦਾ ਸਕੁਅਰ ਰੂਟ ਕਿੰਨਾ ਹੋ ਜੂਗਾ, ਫਿਰ ਦੋਨੋਂ ਸਾਈਡ ਆਪਾਂ ਸਕੁਅਰ ਰੂਟ ਦਾ ਸਾਈਨ ਪਾਉਣਾ। ਤਾਂ ਫਿਰ ਸਕੁਅਰ ਰੂਟ ਦੇ ਵਿੱਚੋਂ ਜਦੋਂ ਵੀ ਆਪਾਂ ਡਿਜਿਟ ਨੂੰ ਬਾਹਰ ਕੱਢਣਾ ਤਾਂ ਇੱਥੇ ਕੀ ਕੀਤਾ ਆਪਾਂ ਪੇਅਰ ਬਣਾਉਣਾ ਸ਼ੁਰੂ ਕੀਤਾ। ਇੱਥੇ ਵੀ 2 ਦਾ ਪੇਅਰ ਬਣ ਗਿਆ ਤੇ 5 ਦਾ ਪੇਅਰ ਬਣ ਗਿਆ। ਤਾਂ ਹੁਣ ਸਕੁਅਰ ਰੂਟ ਦੇ ਵਿੱਚੋਂ ਇੱਕ 2 ਬਾਹਰ, ਫਿਰ ਸੈਕਿੰਡ ਟਾਈਮ 2 ਬਾਹਰ ਆ ਗਿਆ, ਫਿਰ 5 ਬਾਹਰ ਆ ਗਿਆ। ਤਾਂ ਆਨਸਰ ਕਿੰਨਾ ਹੋ ਗਿਆ 2 2 ਦਾ 4 4 5 ਦਾ 20। ਤਾਂ ਨੈਕਸਟ ਸਮ 1764। ਤਾਂ ਇਹ ਸਾਰੇ ਸਮ ਨਾਲ ਤੁਸੀਂ ਟਰਾਈ ਕਰਨੇ ਆ। ਸਾਰੇ ਸਮ ਸੇਮ ਮੈਥਡ ਨਾਲ ਕਰਨੇ ਆਪਾਂ। ਹੁਣ ਇਹਦੇ ਵਿੱਚ ਦੇਖ ਸਕਦੇ ਆਪਾਂ 529 ਦੇ ਵਿੱਚ ਹੁਣ ਇਹ ਆਪਣੇ ਕੋਲੇ ਕੀ ਆ, ਤੁਸੀਂ ਇਹਨੂੰ ਲਗਾਤਾਰ ਜੇ ਡਿਵਾਈਡ ਕਰਕੇ ਦੇਖਦੇ ਹੋ ਤਾਂ 22 ਨੰਬਰ ਤੱਕ ਇਹਨੇ ਕਿਸੇ ਨਾਲ ਵੀ ਡਿਵਾਈਡ ਨਹੀਂ ਹੋਣਾ ਤੇ ਇਹ ਜਾ ਕੇ ਕਿਹਦੇ ਨਾਲ ਡਿਵਾਈਡ ਹੋਊਗਾ 23 ਦੇ ਨਾਲ। ਹੁਣ ਨੈਕਸਟ ਆਪਣੇ ਕੋਲ ਹੈ ਕਿ ਆਪਾਂ ਛੋਟੇ ਤੋਂ ਛੋਟਾ ਨੰਬਰ ਪਤਾ ਕਰਨਾ ਜਿਹਦੇ ਨਾਲ ਆਪਾਂ ਦਿੱਤੇ ਹੋਏ ਨੰਬਰ ਨੂੰ ਮਲਟੀਪਲਾਈ ਕਰ ਸਕੀਏ। ਕਿਉਂ ਮਲਟੀਪਲਾਈ ਕੀਤੀ, ਤਾਂ ਕਿ ਆਪਾਂ ਉਹਨੂੰ ਪਰਫੈਕਟ ਸਕੁਅਰ ਬਣਾ ਸਕੀਏ। ਤਾਂ ਹੁਣ ਇਹਦਾ ਫਸਟ ਪਾਰਟ ਦੇਖੋ ਆਪਣੇ ਕੋਲੇ 252। ਤਾਂ 252 ਨੂੰ ਪਹਿਲਾਂ 2 ਦੇ ਨਾਲ ਡਿਵਾਈਡ ਕਰ ਦੇ ਕੇ ਦੇਖਦੇ ਆਪਾਂ ਕਿ ਕਿੰਨਾ ਆਨਸਰ ਆਉਂਦਾ ਹੈ। ਤਾਂ ਉਹ ਆਨਸਰ ਆਪਣੇ ਕੋਲੇ ਕਿੰਨਾ ਬਣ ਜੂਗਾ 2 2 ਦਾ 4, ਫਿਰ 2 6 ਦਾ 12। ਤਾਂ 126। 2 ਨੂੰ ਫਿਰ ਡਿਵਾਈਡ ਕੀਤਾ ਤਾਂ 63। 63 2 ਦੇ ਟੇਬਲ ਦੇ ਉੱਪਰ ਡਿਵਾਈਡ ਨਹੀਂ ਹੁੰਦਾ ਤਾਂ ਉਹਨੂੰ 3 ਦੇ ਨਾਲ ਕਰਕੇ ਦੇਖਿਆ। 3 ਦੇ ਨਾਲ ਡਿਵਾਈਡ ਕੀਤਾ ਤਾਂ ਉਹ ਡਿਵਾਈਡ ਹੋ ਕੇ ਕਿੰਨਾ ਆਨਸਰ ਆ ਗਿਆ 21। ਫਿਰ 21 ਨੂੰ 3 ਨਾਲ ਡਿਵਾਈਡ ਕੀਤਾ ਆਪਾਂ ਤਾਂ 7। ਤਾਂ ਹੁਣ ਇਹਦੇ ਵਿੱਚ ਦੇਖੋ ਜਦੋਂ ਆਪਾਂ ਇਹਨਾਂ ਨੂੰ ਫੈਕਟਰਸ ਦੇ ਵਿੱਚ ਲਿਖਦੇ ਹਾਂ ਤਾਂ ਕਿੰਨਾ ਆਨਸਰ ਬਣ ਰਿਹਾ ਹੈ 2 × 2, ਫਿਰ 3 × 3 ਐਂਡ 7। 7 ਆਪਣੇ ਕੋਲੇ ਕੀ ਹੈ, ਸਿਰਫ ਇੱਕ ਵਾਰੀ ਆ ਰਿਹਾ ਸੀਗਾ। ਤਾਂ ਹੀ ਹੁਣ ਆਪਾਂ ਕੀ ਕਰਾਂਗੇ 252 ਨੂੰ ਆਪਾਂ ਮਲਟੀਪਲਾਈ ਕੀਤਾ ਹੈ 7 ਦੇ ਨਾਲ। ਤਾਂ ਦੋਨੋਂ ਸਾਈਡ 7 ਦੇ ਨਾਲ ਮਲਟੀਪਲਾਈ ਕਰਕੇ ਦੇਖੋ ਕਿ ਉਹ ਪਰਫੈਕਟ ਸਕੁਅਰ ਬਣ ਰਿਹਾ ਜਾਂ ਨਹੀਂ ਬਣ ਰਿਹਾ। ਤਾਂ ਹੁਣ ਆਪਣੇ ਕੋਲੇ ਕੀ ਹੈ, ਸਿਰਫ ਦੋਨੋਂ ਸਾਈਡ ਆਪਾਂ ਡਿਵਾਈਡ ਮਲਟੀਪਲਾਈ ਕਿਹਦੇ ਨਾਲ ਕੀਤੀ ਹੈ 7 ਦੇ ਨਾਲ। ਤਾਂ ਸਮੋਲੈਸਟ ਨੰਬਰ ਆਪਣੇ ਕੋਲੇ ਕਿਹੜਾ ਬਣ ਜੂਗਾ 7। ਹੁਣ ਇਸੇ ਤਰ੍ਹਾਂ ਸੈਕਿੰਡ ਪਾਰਟ ਦੇ ਵਿੱਚ 180 ਦੇ ਵਿੱਚ ਤਾਂ ਉਹਨੂੰ ਪਹਿਲਾਂ ਫਿਰ ਡਿਵਾਈਡ ਕਰਕੇ ਦੇਖੋ ਕਿ ਕਿੰਨੇ ਦਾ ਡਿਵਾਈਡ ਹੋ ਰਿਹਾ ਜਾਂ ਨਹੀਂ। ਤਾਂ 1 ਡਿਜਿਟਸ ਦੇ ਉੱਪਰ ਕਿਹੜਾ ਆਪਣੇ ਕੋਲੇ ਹੈਗਾ ਹੈ 0। ਤਾਂ ਇਹਨੇ 2 ਦੇ ਨਾਲ ਡਿਵਾਈਡ ਹੋ ਜਾਣਾ। ਤਾਂ ਕਿੰਨਾ ਆਨਸਰ ਆ ਗਿਆ 90। ਫਿਰ 2 ਦੇ ਨਾਲ ਡਿਵਾਈਡ ਕੀਤਾ ਤਾਂ ਕਿੰਨਾ ਹੋ ਜਾਊਗਾ ਆਪਣੇ ਕੋਲੇ 45। ਫਿਰ 45 ਨੂੰ 2 ਨਾਲ ਡਿਵਾਈਡ ਕਰਕੇ ਦੇਖੋ ਤਾਂ ਉਹਨੇ ਡਿਵਾਈਡ ਨਹੀਂ ਹੋਣਾ। ਤਾਂ ਫਿਰ ਕਿਹਦੇ ਨਾਲ ਕੀਤਾ ਆਪਾਂ 3 ਦੇ ਨਾਲ। ਤਾਂ ਕਿੰਨਾ ਆਨਸਰ ਬਣ ਜਾਊਗਾ 15। ਫਿਰ 3 ਦੇ ਨਾਲ ਕੀਤਾ ਤਾਂ 5 5 1 ਦਾ 5। ਤਾਂ ਹੁਣ ਇਹਦੇ ਵਿੱਚ ਦੇਖੋ ਇੱਥੇ ਵੀ ਆਪਣੇ ਕੋਲੇ ਪੇਅਰ ਦੇ ਵਿੱਚ ਆ ਗਿਆ 2, 3 ਵੀ ਆਪਣੇ ਕੋਲੇ ਪੇਅਰ ਦੇ ਵਿੱਚ ਆ ਰਿਹਾ, 5 ਦਾ ਕੋਈ ਵੀ ਪੇਅਰ ਨਹੀਂ ਬਣ ਰਿਹਾ। ਤਾਂ ਹੁਣ ਕੀ ਕਰਾਂਗੇ ਮਲਟੀਪਲਾਈ ਬੋਥ ਸਾਈਡ ਬਾਈ 5। ਤਾਂ 5 ਦੇ ਨਾਲ ਜਦੋਂ ਮਲਟੀਪਲਾਈ ਕੀਤੀ ਤਾਂ 5 ਵੀ ਹੁਣ ਆਪਣੇ ਕੋਲੇ ਕੀ ਆ ਪੇਅਰ ਦੇ ਵਿੱਚ ਆ ਰਿਹਾ। ਤਾਂ ਹੁਣ ਇੱਥੇ ਆਪਣੇ ਕੋਲੇ ਸਭ ਤੋਂ ਛੋਟਾ ਨੰਬਰ ਫਿਰ ਕਿਹੜਾ ਹੋ ਗਿਆ ਜਿਹਦੇ ਨਾਲ ਆਪਾਂ ਨੂੰ ਮਲਟੀਪਲਾਈ ਕਰਨੀ ਪਈ 5। ਫਿਰ ਇਸੇ ਤਰ੍ਹਾਂ ਨੈਕਸਟ ਸਮ ਕੁਐਸਚਨ ਨੰਬਰ 1 to 5 ਐਕਸਰਸਾਈਜ਼ 6.3 ਆਪਣਾ ਇੰਨੇ ਕੰਪਲੀਟ ਨੇ। ਇੰਨਾ ਸਾਰਾ ਕੰਪਲੀਟ ਕਰਨਾ ਹੈ।